ਸਤਿ ਸ੍ਰੀ ਅਕਾਲ। ਸਾਹਿਤਕ ਸਾਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਅਗਰਾ ਦੀ ਲਿਖੀ ਹੋਈ ਵਾਰ ਹਕੀਕਤ ਰਾਏ ਦੇ ਪ੍ਰਸੰਗ ਜੋ ਰਾਣੀ ਦਾ ਪ੍ਰਤੀਕਰਮ ਹੈ ਉਸ ਨੂੰ ਲੈ ਰਹੇ ਹਾਂ, ਜਿਸ ਦੀ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ। ਇਸ ਪ੍ਰਸੰਗ ਦੇ ਵਿੱਚ ਕਵੀ ਅਗਰਾ ਨੇ ਜਦੋਂ ਹਕੀਕਤ ਰਾਏ ਨੂੰ ਕੈਦਖਾਨੇ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਜਦੋਂ ਉਸ ਦੇ ਘਰ ਪਰਿਵਾਰ ਵਿੱਚ ਇਸ ਗੱਲ ਦਾ, ਇਸ ਘਟਨਾ ਦਾ ਪਤਾ ਚੱਲਦਾ ਹੈ ਅਤੇ ਕੀ ਪ੍ਰਤੀਕਰਮ ਹੁੰਦਾ ਹੈ, ਕਿਸ ਤਰ੍ਹਾਂ ਦਾ ਮਾਹੌਲ ਉੱਥੇ ਬਣ ਜਾਂਦਾ ਹੈ, ਕੀ ਮਨੋਸਥਿਤੀ ਹੈ ਉਸ ਦੀ ਪਤਨੀ ਦੀ, ਉਸ ਨੂੰ ਬਿਆਨਦੇ ਹੋਏ ਕਵੀ ਕਹਿ ਰਿਹਾ ਹੈ ਕਿ ਵਿੱਚ ਮਹਿਲਾਂ ਦੇ ਰਾਣੀ ਰੋਂਦੀ ਇਸ ਭਰਤੇ ਦੇ ਹਾਵੇ। ਹਕੀਕਤ ਰਾਏ ਦੀ ਪਤਨੀ ਜੋ ਸੀ ਉਹ ਮਹਿਲਾਂ ਦੇ ਵਿੱਚ ਰੋ ਰਹੀ ਹੈ, ਬੜੀ ਵਿਰਲਾਪ ਕਰ ਰਹੀ ਹੈ, ਦੁਖੀ ਹੈ, ਭਰਤੇ ਭਾਵ ਆਪਣੇ ਪਤੀ ਦੇ ਵਿਛੋੜੇ ਦੇ ਵਿੱਚ, ਕਿਉਂਕਿ ਉਸ ਵੇਲੇ ਦੇ ਸਮਾਜ ਅਨੁਸਾਰ ਜਾਂ ਸਥਿਤੀ ਅਨੁਸਾਰ, ਕਿਉਂਕਿ ਮੁਗਲ ਰਾਜ ਸੀ ਉਸ ਵੇਲੇ, ਕਿਸੇ ਵੀ ਹਿੰਦੂ ਦੁਆਰਾ ਮੁਗਲ ਰਾਜ ਦੇ ਵਿਰੁੱਧ ਜਾਂ ਸ਼ਰ੍ਹਾ ਦੇ ਖਿਲਾਫ ਕੋਈ ਸ਼ਬਦ ਕਹਿਣੇ ਜੋ ਸੀ ਉਸ ਦੇ ਲਈ ਕਿਸੇ ਤਰ੍ਹਾਂ ਦਾ ਕੋਈ ਸੁਣਵਾਈ ਨਹੀਂ ਸੀ ਹੁੰਦੀ। ਉਸ ਦਾ ਇੱਕੋ ਇੱਕ ਜੋ ਮੌਤ ਸੀ ਉਹ ਸੀ ਸਜ਼ਾਏ ਮੌਤ। ਇਸ ਲਈ ਜਦੋਂ ਰਾਣੀ ਨੂੰ ਪਤਾ ਚੱਲਦਾ ਹੈ ਹਕੀਕਤ ਰਾਏ ਦੀ ਪਤਨੀ ਨੂੰ ਕਿ ਹਕੀਕਤ ਰਾਏ ਦੇ ਉੱਤੇ ਇਲਜ਼ਾਮ ਲਾਇਆ ਗਿਆ ਹੈ ਕਿ ਉਸਨੇ ਸ਼ਰ੍ਹਾ ਦੀ ਹਾਨਤ ਕੀਤੀ ਹੈ ਜਾਂ ਸ਼ਰ੍ਹਾ ਦੇ ਖਿਲਾਫ ਬੋਲਿਆ ਹੈ, ਅਤੇ ਉਸ ਦੇ ਅੰਤ ਬਾਰੇ ਸੋਚਦਿਆਂ ਹੋਇਆਂ ਕਵੀ ਕਹਿ ਰਿਹਾ ਹੈ ਕਿ ਹਕੀਕਤ ਰਾਏ ਦੀ ਪਤਨੀ ਬੇਹਾਲ ਹੋ ਰਹੀ ਹੈ, ਰੋ ਰਹੀ ਹੈ ਆਪਣੇ ਭਰਤੇ ਭਾਵ ਹਕੀਕਤ ਰਾਏ ਦੇ ਵਿਛੋੜੇ ਦੇ ਵਿੱਚ। ਜਿਉਂ ਜਲ ਥੀ ਮਛਲੀ ਵਿਛੜ ਕੇ ਉਹ ਤੜਪ ਤੜਪ ਮਰ ਜਾਵੇ। ਉਸ ਦੀ ਸਥਿਤੀ ਜੋ ਹੈ ਕਵੀ ਕਹਿ ਰਿਹਾ ਹੈ ਕਿ ਇਸ ਤਰ੍ਹਾਂ ਹੈ ਜਿਵੇਂ ਮਛਲੀ ਨੂੰ ਜੇਕਰ ਜਲ ਦੇ ਵਿੱਚੋਂ ਕੱਢ ਦਿੱਤਾ ਜਾਵੇ ਮੱਛੀ ਨੂੰ, ਤਾਂ ਉਹ ਜਲ ਦੇ ਵਿਛੋੜੇ ਦੇ ਵਿੱਚ ਤੜਪ ਤੜਪ ਕੇ ਆਪਣੇ ਪ੍ਰਾਣ ਬਿਆਨ ਜੋ ਹੈ ਨਿਸ਼ਾਵਰ ਕਰ ਦਿੰਦੀ ਹੈ, ਆਪਣੇ ਪ੍ਰਾਣ ਤਿਆਗ ਦਿੰਦੀ ਹੈ, ਕਿਉਂਕਿ ਜਲ ਹੀ ਮਛਲੀ ਦਾ ਜੀਵਨ ਹੈ। ਇਸੇ ਤਰ੍ਹਾਂ ਹਕੀਕਤ ਰਾਏ ਦੀ ਪਤਨੀ ਦੇ ਲਈ ਹਕੀਕਤ ਰਾਏ ਹੀ ਉਸ ਦਾ ਜੀਵਨ ਹੈ, ਉਸ ਦੀ ਜ਼ਿੰਦਗੀ ਹੈ। ਅਤੇ ਕਵੀ ਕਹਿ ਰਿਹਾ ਹੈ ਕਿ ਹਕੀਕਤ ਰਾਏ ਦੀ ਪਤਨੀ ਦੀ ਸਥਿਤੀ ਠੀਕ ਜਲ ਬਿਨ ਮਛਲੀ ਵਰਗੀ ਹੈ, ਜੋ ਆਪਣੇ ਪ੍ਰੀਤਮ ਪਿਆਰੇ ਦੇ ਵਿਛੋੜੇ ਦੇ ਵਿੱਚ ਤੜਪ ਰਹੀ ਹੈ। ਅੰਤਰ ਉਸ ਆਤਸ਼ ਪਾਹ ਲੱਗੀ, ਬਿਨ ਸਤਿਗੁਰ ਕੌਣ ਬੁਝਾਵੇ। ਪਾਹੇ ਦਾ ਭਾਵ ਹੈ, ਮੁਲਤਾਨੀ ਭਾਸ਼ਾ ਦਾ ਸ਼ਬਦ ਹੈ ਅੱਗ। ਕਵੀ ਕਹਿ ਰਿਹਾ ਹੈ ਕਿ ਉਸਦੇ ਅੰਤਰ ਭਾਵ ਹਿਰਦੇ ਦੇ ਵਿੱਚ ਆਤਸ਼ ਬਰੂਦ, ਅੱਗ ਜੋ ਹੈ ਇੱਕ ਭਰ ਗਈ ਹੈ, ਭਾਵ ਬੜੇ ਗੁੱਸੇ ਦੇ ਵਿੱਚ ਹੈ ਔਰ ਬੜੀ ਦੁਖੀ ਹੈ, ਔਰ ਉਸ ਦੀ ਇਸ ਅਗਨੀ ਨੂੰ ਸ਼ਾਂਤ ਕੌਣ ਕਰ ਸਕਦਾ ਹੈ। ਉਸ ਦਾ ਪ੍ਰੀਤਮ ਪਿਆਰਾ ਜੋ ਹੈ, ਜੇਕਰ ਉਸ ਦੇ ਉੱਪਰ ਰੱਬ ਦੀ, ਸਤਿਗੁਰ ਦੀ ਜੋ ਹੈ ਕਿਰਪਾ ਹੋਵੇ, ਮਿਹਰ ਹੋਵੇ, ਉਹੀ ਉਸ ਦੇ ਪਤੀ ਨੂੰ ਇਸ ਮੁਸੀਬਤ ਦੇ ਵਿੱਚੋਂ ਕੱਢ ਸਕਦਾ ਹੈ, ਇਸ ਸੰਕਟ ਦੇ ਵਿੱਚੋਂ ਬਾਹਰ ਕੱਢ ਸਕਦਾ ਹੈ, ਤਾਂ ਹੀ ਉਸ ਦੀ ਪਤਨੀ ਦੇ ਮਨ ਨੂੰ ਸ਼ਾਂਤੀ ਮਿਲ ਸਕਦੀ ਹੈ। ਅਗਰਾ ਹੋਏ ਬਾਵਰੀ ਹਾਹਾ ਕਰਦੀ ਲੈਂਦੀ ਥੰਮ ਕਲਾਵੇ। ਅਗਰਾ ਕਹਿ ਰਿਹਾ ਹੈ ਕਿ ਹੋਏ ਬਾਵਰੀ, ਬਾਵਰੀ ਤੋਂ ਭਾਵ ਹੈ ਕਮਲਿਆਂ ਵਾਂਗ ਉਹ ਹਾਹਾ ਕਰਦੀ, ਭਾਵ ਹਾ ਦਾ ਨਾਰਾ ਮਾਰ ਰਹੀ ਹੈ, ਬੜਾ ਵਿਰਲਾਪ ਕਰ ਰਹੀ ਹੈ, ਕੁਰਲਾ ਰਹੀ ਹੈ, ਰੋਂਦੀ ਹੈ। ਲੈਂਦੀ ਥੰਮ ਕਲਾਵੇ, ਇੱਥੋਂ ਤੱਕ ਕਿ ਥੰਮਾਂ ਨੂੰ ਕਲਾਵੇ ਵਿੱਚ ਲੈ ਲੈ ਕੇ, ਭਾਵ ਉਸ ਦਾ ਜੋ ਹੈ ਉਸਨੂੰ ਦੁਨੀਆ ਦੇ ਵਿੱਚ ਕੋਈ ਸਹਾਰਾ ਨਜ਼ਰ ਨਹੀਂ ਆ ਰਿਹਾ ਆਪਣੇ ਪਤੀ ਤੋਂ ਬਿਨਾਂ, ਆਪਣੇ ਪ੍ਰੀਤਮ ਤੋਂ ਬਿਨਾਂ। ਇਸ ਲਈ ਉਹ ਜੋ ਹੈ ਥੰਮਾਂ ਦਾ ਆਸਰਾ ਲੈ ਲੈ ਕੇ ਆਪਣੇ ਜੋ ਹੈ ਦੁੱਖ ਨੂੰ, ਆਪਣੇ ਵਿਰਲਾਪ ਨੂੰ ਜੋ ਹੈ ਸ਼ਬਦ ਦੇ ਰਹੀ ਹੈ, ਭਾਵ ਆਪਣਾ ਕਹਿ ਸਕਦੇ ਹਾਂ ਕਿ ਕਮਲਿਆਂ ਵਾਂਗ ਰੁਦਨ ਕਰ ਰਹੀ ਹੈ। ਇਸ ਤੋਂ ਬਾਅਦ ਵਿੱਚ ਮਹਿਲਾਂ ਦੇ ਰਾਣੀ ਰੋਂਦੀ ਰੱਬ ਦਰ ਕਰ ਪੁਕਾਰੇ। ਇਸ ਤਰ੍ਹਾਂ ਕਵੀ ਕਹਿ ਰਿਹਾ ਹੈ ਕਿ ਹਕੀਕਤ ਰਾਏ ਦੇ ਪਤਨੀ ਮਹਿਲਾਂ ਦੇ ਵਿੱਚ ਰੋ ਰਹੀ ਹੈ, ਕੁਰਲਾ ਰਹੀ ਹੈ, ਰੱਬ ਉਸ ਪ੍ਰੀਤਮ ਪਰਮਾਤਮਾ ਦੇ ਅੱਗੇ ਦਰ, ਉਸ ਦੇ ਦਰ 'ਤੇ ਭਾਵ ਰੱਬ ਦੇ ਦਰ 'ਤੇ ਅਰਦਾਸਾਂ ਕਰ ਰਹੀ ਹੈ। ਕਰ ਤੋਂ ਭਾਵ ਹੈ ਹੱਥ, ਹੱਥ ਜੋੜ ਕੇ ਅਰਦਾਸਾਂ ਕਰ ਰਹੀ ਹੈ, ਬੇਨਤੀਆਂ ਕਰ ਰਹੀ ਹੈ, ਪੁਕਾਰ ਰਹੀ ਹੈ ਉਸ ਪਰਮਾਤਮਾ ਨੂੰ, ਉਸ ਕਾਦਰ ਨੂੰ, ਉਸ ਕਣ ਕਣ ਦੇ ਵਿੱਚ ਵਿਆਪਤ ਇਲਾਹੀ ਜੋਤ ਨੂੰ, ਕਿ ਇਸ ਮੁਸੀਬਤ ਦੇ ਵਿੱਚ, ਇਸ ਸੰਕਟ ਦੇ ਵਿੱਚ ਉਸ ਦੇ ਪਤੀ ਦੀ ਰੱਖਿਆ ਕਰੇ। ਚੂੜਾ ਭੰਨ ਕੇ ਕੱਪੜੇ ਪਾੜੇ ਗਹਿਣੇ ਸਕਲ ਉਤਾਰੇ। ਕਵੀ ਕਹਿ ਰਿਹਾ ਹੈ ਕਿਉਂਕਿ ਉਹ ਸੁਹਾਗਣ ਭਾਗਣ ਸੀ, ਪਰ ਉਸ ਨੂੰ ਲੱਗ ਰਿਹਾ ਹੈ ਕਿ ਇਹ ਸੁਹਾਗ, ਇਹਦੇ ਚਿੰਨ੍ਹ ਜਿਹੜੇ ਨੇ ਇਹ ਉਸ ਦੀ ਪਤੀ ਦੀ ਮੌਜੂਦਗੀ ਦੇ ਵਿੱਚ ਹੀ ਸ਼ੋਭਦੇ ਹਨ। ਇਸ ਲਈ ਉਸਨੇ ਆਪਣੇ ਚੂੜਾ ਜੋ ਹੈ ਭੰਨ ਦਿੱਤਾ ਹੈ। ਕੱਪੜੇ ਭਾਵ ਜੋ ਰੰਗੀਨ, ਜੋ ਉਸਨੇ ਸੁਹਾਗ ਦੇ ਚਿੰਨ੍ਹ ਪਹਿਨ ਰੱਖੇ ਸਨ, ਉਹ ਉਤਾਰ ਕੇ
एक पाटे पुराने कपड़े पहन लए ਹਨ, ਗਹਿਣੇ ਸ਼ਕਲ ਉਤਾਰੇ, ਤੇ ਉਸਨੇ ਸਾਰੇ ਗਹਿਣੇ ਵੀ ਜੋ ਹਨ ਸਾਰੇ ਸ਼ਕਲ ਉਤਾਰ ਦਿੱਤੇ ਹਨ ਜੋ ਧਾਰਨ ਕੀਤੇ ਹੋਏ ਸਨ, ਜੋ ਇੱਕ ਸੁਹਾਗਣ ਦਾ ਚਿੰਨ੍ਹ ਮੰਨੇ ਜਾਂਦੇ ਸਨ। ਹਾਰ ਹਮੇਲਾਂ ਬੁਰੀਆਂ ਲੱਗਣ ਗਲ ਥੀ ਤੋੜ ਬਿਡਾਰੇ, ਤੇ ਹਾਰ ਤੇ ਹਮੇਲਾਂ ਗਲ ਦਾ ਸ਼ਿੰਗਾਰ ਕਰਨ ਵਾਲੇ ਜੋ ਗਹਿਣੇ ਹਨ ਉਹ ਜੋ ਉਸਨੇ ਬੜੇ ਸ਼ੌਂਕ ਦੇ ਨਾਲ, ਬੜੀ ਖੁਸ਼ੀ ਦੇ ਨਾਲ ਧਾਰਨ ਕੀਤੇ ਸਨ, ਉਹ ਸਾਰੇ ਜੋ ਹਨ ਹੁਣ ਉਸਨੂੰ ਵੱਡ ਖਾਣ ਆਉਂਦੇ ਹਨ। ਉਹਨੂੰ ਚੰਗੇ ਨਹੀਂ ਲੱਗ ਰਹੇ ਆਪਣੇ ਪ੍ਰੀਤਮ ਦੀ ਗੈਰ ਦੀ ਅਣਹੋਂਦ ਦੇ ਵਿੱਚ, ਇਸ ਲਈ ਉਸਨੇ ਉਹ ਗਲ ਤੋਂ ਸਾਰੇ ਉਤਾਰ ਦਿੱਤੇ ਹਨ, ਤੋਂ ਉਤਾਰ ਕੇ ਰੱਖ ਦਿੱਤੇ ਹਨ। ਅਗਰਾ ਲਿਟਾਂ ਦਿਸਣ ਬਿਸ਼ੇਰ ਕਾਲੇ, ਉਹ ਮਾਰਨ ਡੰਗ ਦੁਬਾਰੇ। ਕਵੀ ਕਹਿ ਰਿਹਾ ਹੈ ਕਿ ਇੱਕ ਤਰ੍ਹਾਂ ਦੇ ਨਾਲ ਜੋ ਉਸਦੇ ਕੇਸ ਸਨ, ਕਵੀ ਕਹਿ ਰਿਹਾ ਅਗਰਾ, ਉਸ ਦੀਆਂ ਲਿਟਾਂ ਭਾਵ ਜੋ ਕੇਸ ਸਨ ਜਿਨ੍ਹਾਂ ਦਾ ਉਸਨੇ ਸ਼ਿੰਗਾਰ ਕੀਤਾ ਹੋਇਆ ਸੀ, ਲੰਮੇ ਲੰਮੇ ਵਾਲ ਜੋ ਹਨ, ਜੋ ਉਸਦੇ ਸੁਹੱਪਨ ਦਾ ਚਿੰਨ੍ਹ ਸਨ, ਉਹ ਜੋ ਹੈ ਅੱਜ ਉਸਨੂੰ ਬੜੇ ਬਿਸ਼ੇਰ ਕਾਲੇ ਭਾਵ ਕਾਲੇ ਨਾਗਾਂ ਵਰਗੇ ਨਜ਼ਰ ਆ ਰਹੇ ਹਨ, ਡੰਗ ਮਾਰ ਰਹੇ ਹਨ। ਉਹ ਮਾਰਨ ਡੰਗ ਦੁਬਾਰੇ, ਇਸ ਤਰ੍ਹਾਂ ਲੱਗ ਰਿਹਾ ਹੈ ਕਿ ਉਸਦਾ ਹਾਰ ਸ਼ਿੰਗਾਰ ਹੀ ਜਿਹੜਾ ਉਹ ਬੜੇ ਸ਼ੌਂਕ ਦੇ ਨਾਲ ਕਰਦੀ ਸੀ, ਬੜੇ ਚਾਵਾਂ ਦੇ ਨਾਲ ਉਸਨੂੰ ਚੰਗਾ ਲੱਗਦਾ ਸੀ, ਉਸਨੂੰ ਸੋਹਣਾ ਲੱਗਦਾ ਸੀ, ਉਸਦਾ ਮਨ ਲੱਗਦਾ ਸੀ ਹਾਰ ਸ਼ਿੰਗਾਰ ਕਰਨ ਦੇ ਵਿੱਚ, ਅੱਜ ਉਹ ਸਾਰਾ ਹਾਰ ਸ਼ਿੰਗਾਰ ਜੋ ਹੈ ਉਸਦੇ ਮਨ ਨੂੰ ਵੱਢ ਰਿਹਾ ਹੈ, ਉਹ ਸਾਰਾ ਉਸਨੂੰ ਉਤਾਰ ਦਿੰਦੀ ਹੈ। ਰਾਣੀ ਆਖੇ ਕਾਜ਼ੀ ਨੂੰ, ਤੂੰ ਨਾ ਕਰ ਇਤਨਾ ਚੇੜਾ। ਫਿਰ ਉਹ ਕਾਜ਼ੀ ਦੇ ਦਰ 'ਤੇ ਜਾ ਕੇ ਹਾਜ਼ਰ ਹੁੰਦੀ ਹੈ, ਉਸ ਨੂੰ ਕਹਿੰਦੀ ਕਿ ਤੂੰ ਨਾ ਕਰ ਇਤਨਾ ਝੇੜਾ, ਭਾਵ ਇਸ ਵਿਵਾਦ ਨੂੰ ਤੂੰ ਇੱਥੇ ਹੀ ਖਤਮ ਕਰ ਦੇ, ਇੰਨਾ ਝੇੜਾ ਨਾ ਕਰ, ਇਹਨਾਂ ਗੱਲ ਨੂੰ ਵਧਾ ਨਾ। ਜਰ ਤੋਂ ਭਾਵ ਹੈ ਧਨ ਦੌਲਤ, ਜਰ ਲੈ ਸਾਵੀਂ ਤੋਲ ਤੱਕੜੀ, ਛੱਡ ਦੇ ਭਰਤਾ ਮੇਰਾ। ਉਹ ਕਹਿ ਰਹੀ ਕਿ ਜਰ ਭਾਵ ਧਨ ਦੌਲਤ ਸੋਨਾ ਮੋਹਰਾਂ ਜੋ ਵੀ ਤੂੰ ਲੈ ਭਾਵ ਲੈਣਾ ਚਾਹੇ, ਸਾਵੀਂ ਮੇਰੇ ਪਤੀ ਦੇ ਬਰਾਬਰ ਜੋ ਹੈ ਮੈਂ ਉਸਦੇ ਭਾਰ ਦੇ ਬਰਾਬਰ ਤੱਕੜੀ ਦੇ ਵਿੱਚ ਤੋਲ ਕੇ ਤੈਨੂੰ ਦੌਲਤ ਦਾ ਢੇਰ ਲਗਾ ਦੇਵਾਂਗੀ, ਛੱਡ ਦੇ ਭਰਤਾ ਮੇਰਾ, ਪਰ ਮੇਰੇ ਭਰਤੇ ਨੂੰ ਭਾਵ ਮੇਰੇ ਪਤੀ ਨੂੰ ਜੋ ਹੈ ਕੈਦਖਾਨੇ ਦੇ ਵਿੱਚੋਂ ਮੁਕਤ ਕਰ ਦੇ। ਜਿਤ ਦਿਨ ਮੌਲਾ ਕਾਜੀ ਹੋਸੀ, ਕਰਸੀ ਅਦਲ ਨਿਬੇੜਾ। ਫਿਰ ਉਹ ਕਾਜੀ ਨੂੰ ਕਹਿ ਰਹੀ ਹੈ ਕਿ ਹੇ ਕਾਜੀ, ਮੇਰੀ ਇਹ ਫਰਿਆਦ ਜੋ ਹੈ ਪ੍ਰਵਾਨ ਕਰ, ਕਿਉਂਕਿ ਤੈਨੂੰ ਨਿਆਂ ਕਰਨਾ ਚਾਹੀਦਾ ਹੈ, ਮੇਰਾ ਪਤੀ ਬੇਕਸੂਰ ਹੈ। ਉਹ ਅਜਿਹੇ ਸ਼ਬਦ ਨਹੀਂ ਕਹਿ ਸਕਦਾ। ਜਿਤ ਦਿਨ ਮੌਲਾ ਕਾਜੀ ਹੋਸੀ, ਜਿਸ ਦਿਨ ਉਹ ਪਰਮਾਤਮਾ ਜੋ ਹੈ ਮੌਲਾ ਆਪ ਕਾਜੀ ਦੇ ਰੂਪ ਦੇ ਵਿੱਚ ਨਿਆਂ ਕਰਨ ਆਇਆ, ਕਰਸੀ ਅਦਲ ਨਿਬੇੜਾ। ਹਕੀਕਤ ਰਾਏ ਦੀ ਪਤਨੀ ਕਾਜੀ ਨੂੰ ਕਹਿ ਰਹੀ ਹੈ ਕਿ ਜਿਵੇਂ ਵਿਸ਼ਵਾਸ ਹੈ ਇਸਲਾਮ ਨੂੰ ਮੰਨਣ ਵਾਲਿਆਂ ਦਾ ਕਿ ਕਿਆਮਤ ਵਾਲੇ ਦਿਨ ਜੋ ਹੈ ਪਰਮਾਤਮਾ ਆਪ ਜੋ ਹੈ ਮਨੁੱਖ ਦੇ ਗੁਨਾਹਾਂ ਦਾ ਜੋ ਹੈ ਨਿਬੇੜਾ ਕਰੇਗਾ। ਇਸ ਲਈ ਕਵੀ ਕਹਿ ਰਿਹਾ ਹੈ ਕਿ ਹਕੀਕਤ ਰਾਏ ਦੀ ਪਤਨੀ ਕਾਜੀ ਨੂੰ ਕਹਿ ਰਹੀ ਹੈ ਕਿ ਜਦੋਂ ਕਿਆਮਤ ਵਾਲੇ ਦਿਨ ਕਾਜੀ ਆਪ ਨਿਆਂ ਕਰਨ ਵਾਸਤੇ ਆਇਆ ਤੇ ਕਰਸੀ ਅਦਲ ਨਿਬੇੜਾ, ਤੇ ਤੂੰ ਅੱਜ ਜੇਕਰ ਨਿਆਂ ਕਰੇਗਾ ਤੇ ਤੇਰੇ ਇਸ ਨਿਆਂ ਤੋਂ ਖੁਸ਼ ਹੋ ਕੇ ਤੇਰੇ ਇਸ ਨਿਆਂ ਦੀ ਜੋ ਹੈ ਤੈਨੂੰ ਕੋਈ ਨਾ ਕੋਈ ਸੌਗਾਤ ਭਾਵ ਤੈਨੂੰ ਖੁਸ਼ੀ ਜ਼ਰੂਰ ਪ੍ਰਾਪਤ ਹੋਵੇਗੀ, ਕਿਉਂਕਿ ਉਹ ਵੀ ਨਿਆਂ ਕਰਨ ਵਾਲਿਆਂ 'ਤੇ ਹੀ ਖੁਸ਼ ਹੁੰਦਾ ਹੈ। ਮੈਂ ਰੋਬਰੋ ਹੋਏ ਹਜ਼ੂਰ ਰੱਬ ਦੇ ਦਾਮਨ ਫੜਸਾਂ ਤੇਰਾ। ਉਸ ਵਕਤ ਕਿਆਮਤ ਵਾਲੇ ਦਿਨ ਮੈਂ ਉਸ ਪਰਮਾਤਮਾ ਦੇ ਦਰ 'ਤੇ ਹਾਜ਼ਰ ਹੋ ਕੇ, ਹਾਜ਼ਰ ਨਾਜ਼ਰ ਹੋ ਕੇ ਰੱਬ ਦੇ ਸਾਹਮਣੇ ਦਾਮਨ ਫੜਸਾਂ ਤੇਰਾ। ਮੈਂ ਵੀ ਤੇਰਾ ਦਾਮਨ ਫੜ ਕੇ ਜੋ ਹੈ ਤੇਰੇ ਨਾਲ ਨਿਆਂ ਕਰਨ ਦੇ ਲਈ ਤੇਰਾ ਪੂਰਾ ਸਾਥ ਦੇਵਾਂਗੀ। ਇਸ ਲਈ ਤੂੰ ਅੱਜ ਮੇਰਾ ਸਾਥ ਦੇ ਕੇ ਮੇਰੇ ਭਰਤੇ ਨੂੰ, ਮੇਰੇ ਪਤੀ ਨੂੰ ਜੋ ਹੈ ਮੁਕਤ ਕਰ ਦੇ ਕੈਦ 'ਚੋਂ, ਉਸ ਦੇ ਨਾਲ ਸੱਚ ਦੇ ਆਧਾਰ 'ਤੇ ਨਿਆਂ ਕਰ। ਕਾਜੀ ਆਖੇ ਸੁਣ ਬੀਬੀ, ਮੈਂ ਸ਼ਰ੍ਹਾ ਦਾ ਹੁਕਮ ਮਨੇਸਾਂ। ਪਰ ਕਾਜੀ ਉਸ ਨੂੰ ਕੀ ਕਹਿ ਰਿਹਾ ਹੈ ਕਿ ਸੁਣ ਬੀਬੀ, ਮੈਂ ਸ਼ਰ੍ਹਾ ਹੈ ਇਸਲਾਮੀ ਕਾਇਦੇ ਕਾਨੂੰਨ ਦੀ ਕਿਤਾਬ। ਉਹ ਕਹਿ ਰਿਹਾ ਕਿ ਮੈਂ ਜੋ ਸ਼ਰ੍ਹਾ ਦੇ ਵਿੱਚ ਲਿਖਿਆ ਹੋਇਆ ਹੈ ਉਸ ਦੇ ਹੁਕਮ ਅਨੁਸਾਰ ਹੀ ਮੈਂ ਫੈਸਲਾ ਕਰਾਂਗਾ। ਪੜ੍ਹ ਇਲਮ ਕਿਤਾਬਾਂ ਵਾਲਾ ਜੱਗ ਵਿੱਚ ਨਸ਼ਰ ਕਰੇਸਾਂ। ਉਹ ਕਹਿ ਰਹੇ ਕਿ ਜੋ ਇਹਨਾਂ ਧਾਰਮਿਕ ਪੁਸਤਕਾਂ ਦੇ ਵਿੱਚ, ਗ੍ਰੰਥਾਂ ਦੇ ਵਿੱਚ, ਕੁਰਾਨ ਦੇ ਵਿੱਚ, ਕਿਤਾਬ ਦੇ ਵਿੱਚ ਲਿਖਿਆ ਹੋਇਆ ਹੈ, ਮੈਂ ਤਾਂ ਉਸ ਨੂੰ ਪੜ੍ਹ ਕੇ ਉਸ ਗਿਆਨ ਨੂੰ ਹਾਸਿਲ ਕਰਕੇ ਜੱਗ ਦੇ ਵਿੱਚ ਨਸ਼ਰ ਕਰਨਾ ਚਾਹੁੰਦਾ ਹਾਂ। ਭਾਵ ਪੜ੍ਹ ਇਲਮ ਕਿਤਾਬਾਂ ਵਾਲਾ ਜੱਗ ਵਿੱਚ ਨਸ਼ਰ ਕਰੇਸਾਂ। ਕਵੀ ਕਹਿ ਰਿਹਾ ਹੈ ਕਿ ਜੋ ਕਾਜ਼ੀ ਹੈ ਉਹ ਹਕੀਕਤ ਰਾਏ ਦੀ ਪਤਨੀ ਨੂੰ ਜਵਾਬ ਦਿੰਦਾ ਹੈ
ਜਦੋਂ ਉਸ ਤੋਂ ਨਿਆਂ ਦੀ ਮੰਗ ਕਰਦੀ ਹੈ ਕਿ ਮੈਂ ਨਿਆਂ ਕਰਾਂਗਾ ਜੋ ਪਵਿੱਤਰ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਹੈ, ਉਸੇ ਕਾਇਦੇ ਕਾਨੂੰਨ ਜੋ ਹੈ ਮੈਂ ਸੰਸਾਰ ਦੇ ਵਿੱਚ ਨਸ਼ਰ ਕਰਨਾ ਚਾਹੁੰਦਾ ਹਾਂ, ਸੰਸਾਰ ਨੂੰ ਦੱਸਣਾ ਚਾਹੁੰਦਾ ਹਾਂ। ਕੀ ਦੱਸਣਾ ਚਾਹੁੰਦਾ ਹਾਂ? ਜੋ ਸ਼ਰ੍ਹਾ ਦੀ ਹਾਨਤ ਕਰਦੇ ਤਿਨਾਂ ਤੰਬੀਹਾਂ ਦੇਸਾਂ। ਉਹਦੇ ਕਹਿਣ ਮੁਤਾਬਕ ਜੋ ਲੋਕ ਸ਼ਰ੍ਹਾ ਦੀ ਹਾਨਤ ਕਰਦੇ ਹਨ ਉਹਨਾਂ ਦੇ ਲਈ ਭਾਰੀ ਸਜ਼ਾਵਾਂ ਨਿਸ਼ਚਿਤ ਕੀਤੀਆਂ ਹੋਈਆਂ ਹਨ ਸ਼ਰ੍ਹਾ ਦੇ ਅਨੁਸਾਰ। ਇਸ ਲਈ ਮੈਂ ਉਹੀ ਸਜ਼ਾ ਜੋ ਹੈ ਹਕੀਕਤ ਰਾਏ ਨੂੰ ਦੇਵਾਂਗਾ। ਕਿਉਂਕਿ ਉਸਨੇ ਸ਼ਰ੍ਹਾ ਦੀ ਹਾਨਤ ਕੀਤੀ ਹੈ, ਭਾਵ ਉਸਨੇ ਪੈਗੰਬਰ ਜ਼ਾਦੀ ਦੇ ਖਿਲਾਫ ਅਪਸ਼ਬਦ ਕਹੇ ਹਨ। ਬੀਬੀ ਰਿਸ਼ਵਤ ਲੈ ਕੇ ਸ਼ਰ੍ਹਾ ਨਾ ਮੰਨੇ ਸ਼ਰਮਿੰਦੇ ਹੋਵੇ ਸਾਂ। ਫਿਰ ਉਹ ਕਹਿ ਰਿਹਾ ਹੈ ਕਿਉਂਕਿ ਤੂੰ ਜੋ ਮੈਨੂੰ ਆਪਣੇ ਪਤੀ ਦੇ ਬਰਾਬਰ ਜੋ ਹੈ ਭਾਰ ਦੇ ਬਰਾਬਰ ਮੈਨੂੰ ਜਰ ਭਾਵ ਸੋਨਾ ਜਾਂ ਦੌਲਤ ਤੋੜ ਕੇ ਦੇਣ ਦੀ ਗੱਲ ਕਰ ਰਹੀ ਹੈ, ਉਹ ਤਾਂ ਇੱਕ ਤਰ੍ਹਾਂ ਦੀ ਰਿਸ਼ਵਤ ਹੈ। ਕਿਉਂਕਿ ਮੈਂ ਰਿਸ਼ਵਤ ਨਹੀਂ ਲੈਣਾ ਚਾਹੁੰਦਾ। ਰਿਸ਼ਵਤ ਸ਼ਰ੍ਹਾ ਦੇ ਅਨੁਸਾਰ ਜੋ ਹੈ ਹਰਾਮ ਹੈ। ਰਿਸ਼ਵਤ ਜੋ ਹੈ ਕੁਫਰ, ਝੂਠ ਹੈ, ਕੁਫਰ ਹੈ। ਰਿਸ਼ਵਤ ਲੈਣਾ ਪਾਪ ਹੈ। ਅਤੇ ਜੇਕਰ ਮੈਂ ਰਿਸ਼ਵਤ ਲੈਂਦਾ ਹਾਂ ਤਾਂ ਮੈਨੂੰ ਜੋ ਹੈ ਸ਼ਰਮਿੰਦਾ ਹੋਣਾ ਪਵੇਗਾ, ਕਿਉਂਕਿ ਇਸ ਤਰ੍ਹਾਂ ਮੈਂ ਸ਼ਰ੍ਹਾ ਦੀ ਹਾਨਤ ਕਰਾਂਗਾ। ਸ਼ਰਮਿੰਦੇ ਸੇ ਥੀਵਨ ਕਾਜੀ ਜੋ ਮਾਰਨ ਬੇਤਕਸੀਰਾਂ। ਫਿਰ ਹਕੀਕਤ ਰਾਏ ਦੀ ਪਤਨੀ ਕਾਜੀ ਨੂੰ ਜਵਾਬ ਦੇ ਰਹੀ ਹੈ ਕਿ ਸ਼ਰਮਿੰਦੇ ਸੇ ਥੀਵਨ ਕਾਜੀ, ਕਿ ਸ਼ਰਮਿੰਦੇ ਤਾਂ ਉਹ ਥੀਵਣਗੇ, ਭਾਵ ਉਹ ਹੋਣਗੇ, ਉਹਨਾਂ ਨੂੰ ਹੋਣਾ ਪਵੇਗਾ। ਮਾਰਨ ਬੇਤਕਸੀਰਾਂ, ਜੋ ਬੇਗੁਨਾਹਾਂ ਨੂੰ ਜੋ ਹੈ ਸਜ਼ਾਵਾਂ ਦਿੰਦੇ ਨੇ, ਬੇਗੁਨਾਹਾਂ ਨੂੰ ਦਾ ਸ਼ੋਸ਼ਣ ਕਰਦੇ ਨੇ, ਬੇਗੁਨਾਹਾਂ ਨੂੰ ਦੁਖੀ ਕਰਦੇ ਨੇ, ਉਹਨਾਂ ਨੂੰ ਜੋ ਹੈ ਇਸ ਸੰਸਾਰ ਦੇ ਵਿੱਚ ਅੰਤ ਨੂੰ ਸ਼ਰਮਿੰਦਿਆਂ ਹੋਣਾ ਪਵੇਗਾ। ਕਲਬੂਤ ਰੱਬ ਦਾ ਜੇ ਕੋਈ ਭੰਨੇ ਅੱਗੇ ਲੈਗ ਤੰਜੀਰਾਂ, ਭਾਵ ਜਿਸ ਤਰ੍ਹਾਂ ਤੁਸੀਂ ਹਕੀਕਤ ਰਾਏ ਨੂੰ ਜੋ ਹੈ ਹੱਥਕੜੀਆਂ ਲਾ ਕੇ ਬੇੜੀਆਂ ਪਾ ਕੇ ਕੈਦ ਕੀਤਾ ਹੋਇਆ ਹੈ ਔਰ ਉਸਨੂੰ ਸਜ਼ਾਏ ਮੌਤ ਦਾ ਜੋ ਹੈ ਫਰਮਾਨ ਸੁਣਾਉਣ ਦੀਆਂ ਸਲਾਹਾਂ ਕਰ ਰਹੇ ਹੋ, ਉਹ ਕਹਿ ਰਹੀ ਹੈ ਕਿ ਇਹ ਤਾਂ ਰੱਬ ਦਾ ਕਲਬੂਤ ਜੋ ਸਰੀਰ ਹੈ, ਕਿਸੇ ਦੀ ਦੇਹ ਨੂੰ, ਕਿਸੇ ਦੇ ਸਰੀਰ ਨੂੰ ਜੋ ਹੈ ਕਿਸੇ ਤਰ੍ਹਾਂ ਦਾ ਦੁੱਖ ਪਹੁੰਚਾਉਣਾ ਜੋ ਹੈ ਇਹ ਵੀ ਇੱਕ ਬਹੁਤ ਵੱਡਾ ਪਾਪ ਹੈ। ਅੱਗੇ ਲੈਗ ਤੰਜੀਰਾਂ, ਕਿਉਂਕਿ ਇਹ ਕਲਬੂਤ ਜੋ ਹੈ ਇਹ ਦੇਹ ਹੈ, ਇਹ ਸਰੀਰ ਹੈ, ਇਸ ਦੇ ਵਿੱਚ ਵੀ ਉਸ ਖੁਦਾ ਦਾ, ਇਸ ਰੱਬ ਦਾ ਵਾਸ ਹੁੰਦਾ ਹੈ। ਇਸ ਲਈ ਕਿਸੇ ਦੇ ਸਰੀਰ ਨੂੰ ਕਸ਼ਟ ਦੇਣਾ, ਕਿਸੇ ਦੇ ਮਨ ਨੂੰ ਦੁਖੀ ਕਰਨ ਵਾਲੇ ਜਿਹੜੇ ਲੋਕ ਨੇ ਅੱਗੇ ਲੈਗ ਤੰਜੀਰਾਂ, ਉਹਨਾਂ ਨੂੰ ਅੱਗੇ ਜਾ ਕੇ ਆਪਣੇ ਇਹਨਾਂ ਕੁਕਰਮਾਂ ਸਦਕਾ ਜੋ ਹੈ ਸਜ਼ਾਵਾਂ ਭੋਗਣੀਆਂ ਪੈਣਗੀਆਂ, ਬੜੀਆਂ ਭਿਆਨਕ ਸਜ਼ਾਵਾਂ ਉਹਨਾਂ ਨੂੰ ਮਿਲਣਗੀਆਂ। ਇਸ ਮੌਤ ਨੇ ਸਭ ਖਵਾਏ ਸ਼ਾਹਾਂ ਪੀਰ ਫਕੀਰਾਂ, ਕਿਉਂਕਿ ਮੌਤ ਦੇ ਅੱਗੇ ਕਿਸੇ ਦਾ ਵਸ ਚੱਲ ਨਹੀਂ ਚੱਲਦਾ। ਮੌਤ ਜਿਹੜੀ ਹੈ ਉਹ ਸਥਾਈ ਹੈ ਔਰ ਮੌਤ ਜੋ ਹੈ ਜਾਤ ਧਰਮ ਨਸਲ ਦੇ ਆਧਾਰ 'ਤੇ ਕਿਸੇ ਨਾਲ ਕੋਈ ਭੇਦਭਾਵ ਨਹੀਂ ਕਰਦੀ। ਭਾਵੇਂ ਕੋਈ ਸ਼ਾਹ ਹੈ, ਧਨਾੜ ਹੈ, ਭਾਵੇਂ ਕੋਈ ਪੀਰ ਫਕੀਰ ਹੈ, ਗੁਰੂ ਹੈ, ਪੈਗੰਬਰ ਹੈ, ਪੀਰ ਹੈ, ਫਕੀਰ ਹੈ, ਸੰਤ ਹੈ, ਜੋ ਵੀ ਇਸ ਦੁਨੀਆ 'ਤੇ ਆਇਆ ਹੈ, ਮੌਤ ਨੇ ਸਭ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਲੈਣਾ ਹੈ। ਇਸ ਲਈ ਹਕੀਕਤ ਰਾਏ ਦੀ ਪਤਨੀ ਕਹਿ ਰਹੀ ਹੈ ਕਿ ਤੂੰ ਅਣਿਆਈ ਮੌਤ ਜਿਹੜੀ ਹੈ ਇਹ ਤਾਂ ਇੱਕ ਦਿਨ ਆਉਣੀ ਹੀ ਆਉਣੀ ਹੈ। ਇਹ ਜੋ ਹੈ ਜ਼ਿੰਦਗੀ ਦੀ ਡੋਰ ਜਿਹੜੀ ਹੈ ਕਿਸੇ ਮਨੁੱਖ ਦੇ ਹੱਥ ਵਿੱਚ ਨਹੀਂ, ਉਸ ਖੁਦਾ ਦੇ ਹੱਥ ਵਿੱਚ ਹੈ। ਇਸ ਲਈ ਹਕੀਕਤ ਰਾਏ ਨੂੰ ਸਜ਼ਾ ਦੇ ਕੇ, ਸਜ਼ਾਏ ਮੌਤ ਦੇ ਕੇ ਜੋ ਹੈ ਤੂੰ ਉਸਦੇ ਜੀਵਨ ਲੀਲਾ ਨੂੰ ਜਾਂ ਉਸਦੇ ਸਵਾਸਾਂ ਦੀ ਡੋਰ ਨੂੰ ਆਪਣੇ ਹੱਥ ਵਿੱਚ ਕਿਵੇਂ ਫੜ ਸਕਦਾ ਹੈ। ਪਰ ਜਿਤ ਦਿਨ ਮੌਲਾ ਕਾਜੀ ਹੋਸੀ ਪੁੱਛੀਆਂ ਸਭ ਤਕਸੀਰਾਂ। ਫਿਰ ਉਹ ਕਹਿ ਰਹੀ ਹੈ ਕਿ ਤੇਰੇ ਇਸ ਗੁਨਾਹਾਂ ਦਾ ਫਲ ਜੋ ਹੈ ਤੈਨੂੰ ਜ਼ਰੂਰ ਮਿਲੇਗਾ, ਤੈਨੂੰ ਜ਼ਰੂਰ ਭੁਗਤਣਾ ਪਵੇਗਾ। ਜਿਤ ਦਿਨ ਮੌਲਾ ਕਾਜੀ ਹੋਗੀ, ਜਿਸ ਦਿਨ ਮੌਲਾ ਉਹ ਖੁਦਾ ਜਿਹੜਾ ਹੈ ਦੁਨੀਆ ਦੇ ਵਿੱਚ ਕਾਜੀ ਭਾਵ ਨਿਆਂ ਕਰਨ ਦਾ ਜੋ ਹੈ ਨਿਆਂ ਦੀ ਡੋਰ ਜਿਹੜੀ ਹੈ ਖੁਦ ਆਪਣੇ ਹੱਥ ਵਿੱਚ ਲਵੇਗਾ। ਜਿਸ ਦਿਨ ਅਦਾਲਤ ਦੇ ਵਿੱਚ ਖੁਦ ਆਪਣੀ ਰੱਬੀ ਅਦਾਲਤ ਦੇ ਵਿੱਚ ਨਿਆਂ ਕਰੇਗਾ, ਉਹ ਮੌਲਾ ਖੁਦ ਖੁਦਾ ਆਪ ਪੁੱਛੀਆਂ ਸਭ ਤਕਸੀਰਾਂ ਜੋ ਹੈ ਉਸ ਦਿਨ ਤੇਰੇ ਜੋ ਇਸ ਜ਼ਿੰਦਗੀ ਦੇ ਵਿੱਚ ਤੂੰ ਸ਼ੋਸ਼ਣ ਕਰ ਰਿਹਾ ਹੈ ਜਾਂ ਗਲਤ ਕਰ ਰਿਹਾ, ਤਕਸੀਰਾਂ ਤੋਂ ਭਾਵ ਹੈ ਗੁਨਾਹ ਕਰ ਰਿਹਾ ਹੈ, ਭਾਵ ਦੂਸਰਿਆਂ ਨੂੰ ਜੋ ਹੈ ਜਾਣ ਬੁੱਝ ਕੇ ਪਰੇਸ਼ਾਨ ਕਰਨਾ, ਦੂਸਰਿਆਂ ਦੀਆਂ ਨਿੱਕੀਆਂ ਨਿੱਕੀਆਂ ਗਲਤੀਆਂ 'ਤੇ ਐਡੀਆਂ ਵੱਡੀਆਂ ਸਜ਼ਾਵਾਂ ਦੇ ਕੇ ਇੱਕ ਤਰ੍ਹਾਂ ਦੇ ਨਾਲ ਤੂੰ ਦੂਸਰਿਆਂ ਨੂੰ ਪਰੇਸ਼ਾਨ ਕਰਨ ਦਾ ਜੋ ਬਹੁਤ ਵੱਡਾ ਗੁਨਾਹ ਕਰ ਰਿਹਾ ਹੈ, ਇਸ ਦਾ ਨਿਬੇੜਾ ਜੋ ਹੈ ਉਸ ਦਰਗਾਹ ਦੇ ਵਿੱਚ, ਉਸ ਮੌਲਾ ਦੀ ਅਦਾਲਤ ਦੇ ਵਿੱਚ ਹੋਵੇਗਾ ਔਰ ਤੈਨੂੰ ਜੋ ਹੈ ਉਸ ਦੇ ਬਦਲੇ ਬਹੁਤ ਭਾਰੀ ਸਜ਼ਾ ਸਹਿਣ ਕਰਨੀ ਪਵੇਗੀ। ਧੰਨਵਾਦ।